ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੇ ਵੱਲੋਂ ਇੱਕ ਵਿਸ਼ੇਸ਼ ਬੈਠਕ ਸੱਦੀ ਗਈ ਸੀ ਮਾਈਨਿੰਗ ਵਿਭਾਗ ਦੀ, ਜਿਸ ਦੇ ਵਿੱਚ ਮੈਂ ਵੀ ਮੌਜੂਦ ਸੀ ਤੇ ਸਾਡੇ ਵਿਭਾਗ ਦੇ ਸਾਰੇ ਅਧਿਕਾਰੀ ਅਤੇ ਉਹ ਕੰਟਰੈਕਟਰ ਜਿਨ੍ਹਾਂ ਨੂੰ ਪੰਜਾਬ ਦੀਆਂ ਖੱਡਾਂ ਦਾ ਠੇਕਾ ਦਿੱਤਾ ਗਿਆ ਸੀ ਪਿਛਲੀ ਸਰਕਾਰ ਵੱਲੋਂ, ਉਹ ਵੀ ਸੱਦੇ ਗਏ ਸੀ। ਸਾਨੂੰ ਆਪਣੇ ਵਾਅਦੇ ਯਾਦ ਹੈ ਤੇ ਭਗਵੰਤ ਮਾਨ ਜੀ ਦੇ ਵੱਲੋਂ ਅੱਜ ਮੀਟਿੰਗ ਦੇ ਵਿੱਚ ਉਹੀ ਗੱਲਾਂ ਦੁਹਰਾਈਆਂ ਗਈਆਂ ਜੋ ਇਲੈਕਸ਼ਨ ਤੋਂ ਪਹਿਲਾਂ ਕਰਦੇ ਸੀ। ਪੰਜਾਬ ਦੇ ਨਾਲ ਸਾਡਾ ਇਹ ਵਾਅਦਾ ਸੀ ਕਿ ਪੰਜਾਬ ਦੇ ਵਿੱਚੋਂ ਜਿਹੜਾ ਇਲੀਗਲ ਮਾਈਨਿੰਗ ਮਾਫੀਆ ਹੈ ਉਸ ਨੂੰ ਜੜੋਂ ਖਤਮ ਕਰਾਂਗੇ ਤੇ ਜਿਹੜਾ ਪੰਜਾਬ ਦਾ ਖਜ਼ਾਨਾ ਥਰੂ ਮਾਈਨਿੰਗ ਭਰਾਂਗੇ ਤੇ ਪੰਜਾਬ ਦੀ ਜਨਤਾ ਨੂੰ ਸਸਤੀ ਰੇਟ। ਸਰਕਾਰ ਬਣਨ ਤੋਂ ਬਾਅਦ ਜਿੱਦਾਂ ਹੀ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ, ਇਹ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਬਾਕੀ ਮਹਿਕਮੇ 'ਚ ਤਾਂ ਕਮਿਸ਼ਨ ਚੱਲਦਾ ਹੋਊਗਾ, ਇਹ ਉਹ ਮਹਿਕਮਾ ਸੀਗਾ ਜਿੱਥੇ ਸਾਰਾ ਕੁਝ ਹੀ 2 ਨੰਬਰ 'ਚ ਚੱਲਦਾ ਸੀ, ਇਲੀਗਲ ਮਾਈਨਿੰਗ ਹੀ ਹੁੰਦੀ ਸੀ, ਲੀਗਲ ਮਾਈਨਿੰਗ ਹੁੰਦੀ ਨਹੀਂ ਸੀ। ਅਸੀਂ ਸਖਤੀ ਕੀਤੀ, ਅੱਜ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਇਲੀਗਲ ਮਾਈਨਿੰਗ ਪੰਜਾਬ ਦੇ ਵਿੱਚੋਂ ਉਸ ਦੀ ਜਿਹੜੀ ਰੀੜ੍ਹ ਦੀ ਹੱਡੀ ਹੈ ਟੁੱਟ ਚੁੱਕੀ ਹੈ। ਕਿਤੇ ਕੋਈ ਵਿਰਲੀ ਕੰਪਲੇਂਟ ਆਉਂਦੀ ਉਹਦੇ ਉੱਤੇ ਵੀ ਅਸੀਂ ਐਕਸ਼ਨ ਲੈਂਦੇ ਹਾਂ। ਇਲੀਗਲ ਮਾਈਨਿੰਗ ਪੰਜਾਬ 'ਚ ਨਹੀਂ ਹੋ ਰਹੀ। ਉਸ ਤੋਂ ਬਾਅਦ ਚੁਣੌਤੀ ਇਹ ਸੀ ਕਿ ਹਾਂ, ਪੰਜਾਬ ਦੇ ਵਿੱਚ ਡਿਵੈਲਪਮੈਂਟ ਦਾ ਕੰਮ ਨਹੀਂ ਰੁਕਣਾ ਚਾਹੀਦਾ। ਲੋਕਾਂ ਨੇ ਮਕਾਨ ਬਣਾਉਣੇ, ਘਰ ਬਣਾਉਣੇ, ਸੜਕਾਂ ਬਣਨੀਆਂ, ਬਿਲਡਿੰਗਾਂ ਬਣਨੀਆਂ, ਇਮਾਰਤਾਂ ਬਣਨੀਆਂ, ਰੇਤਾ ਬਜਰੀ ਵੀ ਮਿਲਣਾ ਚਾਹੀਦਾ। ਅਸੀਂ ਪਿਛਲੇ ਕਈ ਦਿਨਾਂ ਤੋਂ ਮੁੱਖ ਮੰਤਰੀ ਸਾਹਿਬ ਦੇ ਨਿਰਦੇਸ਼ਾਂ ਦੇ ਉੱਤੇ ਕੰਮ ਕਰ ਰਹੇ ਸੀ ਤੇ ਜਿਹੜੇ ਠੇਕੇਦਾਰਾਂ ਨੇ ਉਹ ਖੱਡਾਂ ਲਈਆਂ ਸੀ ਉਹਨਾਂ ਨੂੰ ਕਿਹਾ ਗਿਆ ਕਿ ਵੀ ਲੀਗਲ ਮਾਈਨਿੰਗ, ਜਿਹੜੀਆਂ ਲੀਗਲ ਖੱਡਾਂ ਦੀ ਨਿਲਾਮੀ ਪਿਛਲੀ ਸਰਕਾਰਾਂ ਨੇ ਕੀਤੀਆਂ, ਉਹਨਾਂ ਦੀ ਡੀਮਾਰਕੇਸ਼ਨ ਕਰਵਾਈ ਗਈ, ਉੱਥੇ ਝੰਡੇ ਲਗਵਾਏ ਗਏ ਤੇ ਉਹਨਾਂ ਠੇਕੇਦਾਰਾਂ ਤੋਂ ਉੱਥੇ ਕੰਮ ਕਰਵਾਇਆ ਜਾ ਰਿਹਾ ਤੇ ਲਗਾਤਾਰ ਪੰਜਾਬ ਦੇ ਵਿੱਚ ਰੇਤੇ ਦੀ ਸਪਲਾਈ ਵੱਧ ਰਹੀ ਹੈ। ਮੈਂ ਇੱਕ ਖੱਡ ਆਪ ਮੋਨੀਟਰ ਕਰ ਰਿਹਾ। ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਹਰ ਖੱਡ ਦੇ ਉੱਤੇ ਸਾਡਾ ਇੱਕ ਜੇਈ ਲੱਗ ਚੁੱਕਿਆ। ਜਿਹੜਾ ਵੀ ਟਿੱਪਰ ਸੜਕ ਤੇ ਜਾਂਦਾ ਉਹ ਵੇਵ ਬ੍ਰਿਜ ਤੋਂ ਲੰਘ ਕੇ ਉਹਦੀ ਫੋਟੋ ਖਿੱਚੀ ਜਾਂਦੀ ਹੈ ਤੇ ਤੁਹਾਨੂੰ ਦੱਸ ਦਈਏ ਕੱਲ ਪੰਜਾਬ ਦੇ ਵਿੱਚ ਰਿਕਾਰਡ 60,000 ਮੈਟ੍ਰਿਕ ਟਨ ਜਿਹੜਾ ਹੈ ਐਕਸਟ੍ਰੈਕਸ਼ਨ ਹੋਈ ਹੈ ਤੇ ਅੱਜ ਤੱਕ ਪੰਜਾਬ ਜਿੰਨੀ ਲੀਗਲ ਐਕਸਟ੍ਰੈਕਸ਼ਨ ਹੋਈ ਹੈ 75,000 ਹੋਈ ਸੀ। ਅਸੀਂ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਉਹ ਰਿਕਾਰਡ ਤੋੜ ਦਾਂਗੇ ਤੇ ਉਸ ਤੋਂ ਡਬਲ ਦਾ ਸਾਡਾ ਟਾਰਗੇਟ ਹੈ। ਇਸ ਕਰਕੇ ਮੈਂ ਪੰਜਾਬ ਦੀ ਜਨਤਾ ਨੂੰ ਇਹ ਵੀ ਦੱਸਣਾ ਚਾਹੂੰਗਾ, ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਹੀ ਜਿਹੜਾ ਤੁਹਾਨੂੰ ਰੇਤਾ ਬਜਰੀ ਉਹ ਸਹੀ ਰੇਟਾਂ ਤੇ ਮਿਲਣ ਲੱਗ ਜਾਊਗਾ। ਕਿਉਂਕਿ ਜਦੋਂ ਅਸੀਂ ਇੱਕ ਵਾਰੀ ਇਹਦੇ ਤੇ ਕ੍ਰੈਕਡਾਊਨ ਕੀਤਾ ਉਹਦੇ ਤੇ ਸਪਲਾਈ ਤੇ ਸਾਰਾ ਜਿਹੜਾ ਅਸਰ ਆਇਆ, ਹੁਣ ਸਪਲਾਈ ਲਗਾਤਾਰ ਵੱਧ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਦਾ ਅਸਰ ਤੁਹਾਨੂੰ ਬਾਜ਼ਾਰ ਤੇ ਵੀ ਦਿਸੂਗਾ ਕਿਉਂਕਿ ਸਾਡੀ ਵਚਨਬੱਧਤਾ ਸੀ। ਦੂਜੀ ਗੱਲ, ਅਸੀਂ ਨਵੀਂ ਟੈਕਨੋਲੋਜੀਜ਼ ਲੈ ਕੇ ਆ ਰਹੇ ਕਿਉਂਕਿ ਹਜੇ 10 ਮਹੀਨੇ ਦਾ ਸਮਾਂ ਪਿਆ। ਮਾਈਨਿੰਗ ਪਾਲਿਸੀ ਦੇ ਉੱਤੇ ਕੰਮ ਚੱਲ ਰਿਹਾ, ਬਹੁਤ ਇਮਾਨਦਾਰੀ ਨਾਲ, ਬਹੁਤ ਮਿਹਨਤ ਦੇ ਨਾਲ ਜਿਹੜੀ ਨਵੀਂ ਮਾਈਨਿੰਗ ਪਾਲਿਸੀ ਬਣੂਗੀ ਉਹਦੇ 'ਤੇ ਕੰਮ ਚੱਲ ਰਿਹਾ। ਪਰ ਕਿਉਂਕਿ ਠੇਕੇ ਦਿੱਤੇ ਹੋਏ ਸੀ, ਇਹਨਾਂ ਨੂੰ ਵੀ ਉਸੇ ਸਿਸਟਮ ਨੂੰ ਲੀਗਲ ਤਰੀਕੇ ਨਾਲ ਚਲਾਉਣਾ। ਕਿਉਂਕਿ ਪਹਿਲਾਂ ਤਾਂ ਇਹ ਸੀ ਕਿ ਥੱਲੋਂ ਤੋਂ ਲੈ ਕੇ ਉੱਪਰ ਤੱਕ ਸਭ ਦਾ ਹਿੱਸਾ ਸੀ, ਉਹ ਸਭ ਕੁਝ ਕੱਟ ਕੇ ਹੁਣ ਆਮ ਲੋਕਾਂ ਨੂੰ ਜਿਹੜਾ ਹੈ ਸਸਤਾ ਰੇਤਾ ਤੇ ਉਹ ਲੀਗਲ ਠੇਕੇਦਾਰਾਂ ਵਿੱਚ ਕੰਮ ਕਰਾਉਣ ਦੇ ਲਈ ਅਸੀਂ 2 ਚੀਜ਼ਾਂ ਨਵੀਆਂ ਇੰਟਰੋਡਿਊਸ ਕਰ ਰਹੇ ਹਾਂ ਜਿਹੜੀਆਂ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ। ਇੱਕ, ਹਰ ਰੇਤ ਦੀ ਖੱਡ ਦੇ ਉੱਤੇ ਬੋਰਡ ਲਾਏ ਜਾਣਗੇ ਕਿ ਇਹ ਸਰਕਾਰੀ ਖੱਡ ਹੈ ਜੀ, ਇਹ ਪਿਛਲੀ ਸਰਕਾਰ ਵੱਲੋਂ ਦਿੱਤੀ ਹੋਈ ਖੱਡ ਹੈ, ਤਾਂ ਕਿ ਉੱਥੇ ਲੋਕਾਂ ਨੂੰ ਪਤਾ ਲੱਗ ਜਾਵੇ ਲੀਗਲ ਸਾਈਟ ਹੈ। ਹੁਣ ਹੋ ਕੀ ਰਿਹਾ, ਉੱਥੇ ਜਾ ਕੇ ਵੀ ਕਈ ਵਾਰੀ ਕੋਈ ਬੰਦੇ ਜਾ ਕੇ ਵਿਰੋਧ ਪ੍ਰਦਰਸ਼ਨ ਕਰਦੇ ਆ, ਉਹ ਉੱਥੇ ਬੋਰਡ ਲਾਏ ਜਾਣਗੇ, ਝੰਡੇ ਆਲਰੇਡੀ ਲੱਗ ਚੁੱਕੇ ਨੇ। ਇੱਕ, ਉਸ ਪੂਰੀ ਖੱਡ ਦੇ ਉੱਤੇ CCTV ਕੈਮਰਾਜ਼ ਲੈ ਕੇ ਆ ਰਹੇ ਸੀ, ਉਹਦਾ ਟੈਂਡਰ ਬਹੁਤ ਜਲਦੀ ਜਾਰੀ ਕਰ ਦਿੱਤਾ ਜਾਊਗਾ। 24 ਘੰਟੇ ਉੱਥੇ CCTV ਕੈਮਰੇਜ਼ ਚੱਲਣਗੇ ਜਿਹੜਾ ਸਿੱਧਾ ਇੱਕ ਸਾਡਾ ਸੈਂਟਰਲ ਕੰਟਰੋਲ ਰੂਮ ਦੇ ਵਿੱਚੋਂ ਅਸੀਂ ਮੋਨੀਟਰ ਕਰਾਂਗੇ ਖੱਡਾਂ ਨੂੰ। ਦੂਜਾ, ਉਹ ਕਹਿੰਦੇ ਆ ਜੀ ਕਿਉਂਕਿ ਸਾਨੂੰ ਇਹ ਵੀ ਹੈ ਕਿ ਮਾਈਨਿੰਗ ਦੇ ਨਾਲ ਮਾਨ ਸਾਹਿਬ ਦਾ ਇਹ ਵੀ ਨਿਰਦੇਸ਼ ਹੈ ਕਿ ਅਸੀਂ ਵਾਤਾਵਰਨ ਦਾ ਧਿਆਨ ਰੱਖਣਾ, ਆਪਣੀ ਧਰਤੀ ਮਾਤਾ ਦੇ ਪ੍ਰਤੀ ਜਿਹੜੀ ਸਾਡਾ ਫਰਜ਼ ਹੈ ਉਹ ਵੀ ਨਿਭਾਉਣਾ। ਉਸ ਦੇ ਲਈ ਅਸੀਂ ਡਰੋਨ ਮੈਪਿੰਗ, ਉਸ ਦਾ ਟੈਂਡਰ ਬਹੁਤ ਜਲਦੀ ਫਲੋਟ ਕਰ ਦਿੱਤਾ ਗਿਆ, ਮੇਰੇ ਵੱਲੋਂ ਫਾਈਲ ਸਾਈਨ ਕਰ ਦਿੱਤੀ ਗਈ ਹੈ ਮਾਨ ਸਾਹਿਬ ਦੇ ਨਿਰਦੇਸ਼ਾਂ ਦੇ ਉੱਤੇ। ਡਰੋਨ ਮੈਪਿੰਗ ਲੇਟੈਸਟ ਟੈਕਨੋਲੋਜੀ ਹੈ ਜਿਸ ਦੇ ਨਾਲ ਸਾਲ ਦੇ ਵਿੱਚ 4 ਵਾਰੀ ਪਤਾ ਲੱਗੂਗਾ ਕਿ ਉਸ ਖੱਡ ਦੇ ਵਿੱਚੋਂ ਕਿੰਨਾ ਮਾਲ ਨਿਕਲਿਆ, ਤਾਂ ਕਿ ਜੇ ਅਗਰ ਉਹ ਕੰਟਰੈਕਟਰ ਤੈਅ ਕੁਆਂਟੀਟੀ ਤੋਂ ਵੱਧ ਮਾਲ ਕੱਢਦਾ ਤਾਂ ਉਹਦੇ ਉਸ ਖਿਲਾਫ ਅਸੀਂ ਐਕਸ਼ਨ ਲਵਾਂਗੇ। ਜੇ ਅਗਰ ਆਲਰੇਡੀ ਉੱਥੋਂ ਪਹਿਲਾਂ ਹੀ ਬਹੁਤ ਜ਼ਿਆਦਾ ਮਾਲ ਕੱਢਿਆ ਜਾ ਚੁੱਕਿਆ ਫਿਰ ਅਸੀਂ ਕੋਈ ਹੋਰ ਸਾਈਟਾਂ ਲਵਾਂਗੇ ਤਾਂ ਜੋ ਵਾਤਾਵਰਨ ਦਾ ਨੁਕਸਾਨ ਨਾ ਹੋ ਸਕੇ। ਕਿੰਨੀ ਦੇਰ ਤੱਕ ਤੁਹਾਨੂੰ ਅਸਰ ਰੋਜ਼ ਨਵੀਂ ਪਾਲਿਸੀ ਆ ਸਕਦੀ? ਦੇਖੋ, ਨਵੀਂ ਪਾਲਿਸੀ ਜਿਹੜੀ ਹੈ, ਇਹ ਜਿਹੜੇ ਕੰਟਰੈਕਟ ਹੈ ਇਹਨਾਂ ਨੂੰ ਅਜੇ 10 ਮਹੀਨਾ ਪਿਆ, ਜਿਹੜੀ ਨਵੀਂ ਪਾਲਿਸੀ ਦੇ ਉੱਤੇ ਕੰਮ ਚੱਲ ਰਿਹਾ ਤੇ ਨਵੀਂ ਪਾਲਿਸੀ ਜਦੋਂ ਵੀ ਆਪ ਸਭ ਦੇ ਸਾਹਮਣੇ। ਇਲੀਗਲ ਮਾਈਨਿੰਗ ਤੇ ਹੁਣ ਤੱਕ ਕਿੰਨੇ ਪਰਚੇ ਦਰਜ ਹੋਏ? ਇਲੀਗਲ ਮਾਈਨਿੰਗ ਦੇ ਉੱਤੇ ਲਗਾਤਾਰ ਪਰਚੇ ਚੱਲ ਰਹੇ ਆ ਜੀ, ਕਿੰਨੇ ਕੁ ਹੋ ਗਏ? ਲਗਾਤਾਰ ਪਰਚੇ, ਮੈਂ ਇੱਕ ਉਹਦਾ ਅੰਕੜਾ ਨਹੀਂ, ਪਰ ਇਹ ਹੈ ਕਿ ਸਾਰੇ SSPs ਨੂੰ ਤੁਹਾਡੇ ਸਾਹਮਣੇ ਉਹ ਚਿੱਠੀਆਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਗਈਆਂ। ਮਾਨ ਸਾਹਿਬ ਵੱਲੋਂ ਵੀ ਨਿਰਦੇਸ਼ ਹੈ ਕਿ ਕਿਸੇ ਨਾਲ ਕੋਈ ਲਿਹਾਜ਼ ਨਹੀਂ, ਚਾਹੇ ਕੋਈ ਵੀ ਕਿਸੇ ਵੀ ਤਰੀਕੇ ਦਾ ਬੰਦਾ, ਕਿਉਂਕਿ ਹੁਣ ਤੱਕ ਮਾਈਨਿੰਗ ਦੇ ਵਿੱਚ ਜਿਹਦਾ ਦਾ ਲੱਗਦਾ ਸੀ ਉਹ ਆਪਣਾ ਕਰਦਾ ਸੀ, ਚਾਹੇ ਉਹ
ਕੋਈ ਪੋਲੀਟੀਸ਼ੀਅਨ ਹੈ, ਚਾਹੇ ਕੋਈ ਮੀਡੀਆ ਵਾਲਾ ਹੈ, ਚਾਹੇ ਕੋਈ ਹੋਰ ਬੰਦਾ ਹੈ, ਕੋਈ ਹੋਰ ਬੰਦਾ, ਲੋਕਲ ਲੈਵਲ ਤੇ ਬਹੁਤ ਕੁਝ ਚੱਲਦਾ ਰਿਹਾ ਉੱਤੇ ਤੱਕ, ਮੰਤਰੀਆਂ ਤੋਂ ਲੈ ਕੇ ਥੱਲੇ ਤੱਕ, ਉਹ ਸਾਰਾ ਕੁਝ ਬੰਦ ਕਰ ਦਿੱਤਾ ਗਿਆ। ਜਿਹੜਾ ਗੁੰਡਾ ਪਰਚੀ ਸਿਸਟਮ ਸੀਗਾ ਉਹ ਪੰਜਾਬ 'ਚੋਂ ਖਤਮ ਕਰ ਦਿੱਤਾ ਗਿਆ, ਵੱਡੀ ਕਾਰਵਾਈਆਂ ਹੋਈਆਂ। ਹੁਣ ਵੀ ਜੇ ਕਿਤੇ ਵੀ ਕੋਈ ਕੰਪਲੇਂਟ ਆਉਂਦੀ ਹੈ ਉਸ ਦੇ ਖਿਲਾਫ ਐਕਸ਼ਨ ਲਵਾਂਗੇ, ਤੇ ਜਿਹੜੀ ਆਪਣੀ ਲੀਗਲ ਖੱਡਾਂ ਹੈ ਉਸ ਦੀ ਅਸੀਂ ਜਿਹੜੀ ਜਾਣਕਾਰੀ ਹੈ ਉਹ ਹਰ ਐਸਐਸਪੀ ਹਰ ਡੀਸੀ ਨਾਲ ਸਾਂਝੀ ਕਰ ਦਿੱਤੀ ਹੈ। ਉੱਥੇ ਬੋਰਡ ਲਾਏ ਜਾਣਗੇ ਤਾਂ ਜੋ ਲੀਗਲ ਮਾਈਨਿੰਗ ਚੱਲਦੀ ਰਹੇ। ਕਿਉਂਕਿ ਸਾਡਾ ਇਹ, ਮੇਰੇ ਲਈ ਬਹੁਤ ਵੱਡਾ ਚੈਲੰਜ ਹੈ ਕਿ ਇਲੀਗਲ ਮਾਈਨਿੰਗ ਖਤਮ ਵੀ ਕਰਨੀ ਹੈ ਤੇ ਨਾਲ ਪੰਜਾਬ 'ਚ ਰੇਤਾ ਸਪਲਾਈ ਵੀ ਦੇਣਾ। ਉਸ ਦੇ ਉੱਤੇ ਕੰਮ ਚੱਲ ਰਿਹਾ, ਦਿਨ ਰਾਤ ਕੰਮ ਚੱਲ ਰਿਹਾ, ਬਹੁਤ ਜਲਦੀ। ਜੇਲ੍ਹਾਂ ਨੂੰ ਲੈ ਕੇ ਬੜੇ ਸਵਾਲੀਆ ਨਿਸ਼ਾਨ ਖੜੇ ਬਸ ਥੈਂਕ ਯੂ। ਅੱਜ ਦਾ ਮੀਟਿੰਗ ਮਾਈਨਿੰਗ